ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਸ਼ਾਮਾਂ ਵੇਲੇ ਦੇ ਦੀਵਾਨਾਂ ਦੇ ਵਿੱਚ ਜੁੜ ਬੈਠੇ ਸਤ ਸੰਗੀ ਜਨ, ਛੋਟੇ ਛੋਟੇ ਬੱਚਿਆਂ ਨੇ ਬੜੀਆਂ ਪਿਆਰੀਆਂ ਕਵਿਤਾਵਾਂ ਆਪਣੇ ਵਿਚਾਰ ਸੰਗਤਾਂ ਦੇ ਨਾਲ ਸਾਂਝੇ ਕੀਤੇ। ਕਿੰਨੀ ਚੰਗੀ ਗੱਲ ਹੁੰਦੀ ਕਿ ਜਿੱਥੇ ਇਹ ਬੱਚੇ ਕਵਿਤਾਵਾਂ ਪੇਸ਼ ਕਰ ਰਹੇ ਸਨ, ਇਹਨਾਂ ਦੇ ਮਾਪੇ ਵੀ ਸਾਹਮਣੇ ਬੈਠ ਕੇ ਸੁਣਦੇ। ਮੁਬਾਰਕ ਹੈ ਜਿਹੜੇ ਮਾਤਾ ਪਿਤਾ ਇੱਥੇ ਹਾਜ਼ਰ ਨੇ, ਪਰ ਜਿਹੜੇ ਨਹੀਂ ਆਏ ਉਹਨਾਂ ਨੂੰ ਬੇਨਤੀ ਹੈ ਕਿ ਭਾਈ ਜਦੋਂ ਬੱਚੇ ਇਹ ਕੰਮ ਕਰਦੇ ਨੇ ਧਰਮ ਦਾ, ਤਾਂ ਉਦੋਂ ਸਾਨੂੰ ਹੱਲਾਸ਼ੇਰੀ ਦੇਣੀ ਬਣਦੀ ਹੈ, ਉਹਨਾਂ ਦਾ ਉਤਸ਼ਾਹ ਵਧਾਉਣਾ ਚਾਹੀਦਾ ਹੈ। ਜੇ ਅੱਜ ਇਹਨਾਂ ਬੱਚਿਆਂ ਦੀ ਸੰਭਾਲ ਅਸਾਂ ਨਾ ਕੀਤੀ ਤੇ ਕੱਲ੍ਹ ਨੂੰ ਫਿਰ ਕੇਵਲ ਪੱਲੇ ਪਛਤਾਵਾ ਹੀ ਹੈ। ਇਹ ਬੱਚੇ ਤਾਂ ਇਸ ਤਰ੍ਹਾਂ ਨੇ ਜਿਵੇਂ ਦਰਖਤ ਦੇ ਕੰਢੇ 'ਤੇ ਅਸੀਂ ਕੋਈ ਰੁੱਖ ਲਾਉਂਦੇ ਹਾਂ ਤਾਂ ਉਸ ਰੁੱਖ ਨੂੰ ਪਾਲਣਾ ਕਿੰਨਾ ਔਖਾ ਕੰਮ ਹੁੰਦਾ ਹੈ। ਉਸ ਰੁੱਖ ਦੀ ਛੋਟੀ ਜਿਹੀ ਕਰੂੰਬਲ ਨਿਕਲਦੀ ਹੈ, ਕੋਈ ਛੋਟਾ ਜਿਹਾ ਜਾਨਵਰ ਵੀ ਖਾ ਸਕਦਾ ਹੈ ਜਾਂ ਕੋਈ ਇੱਕ ਬੱਚਾ ਵੀ ਉਸ ਨੂੰ ਤੋੜ ਸਕਦਾ ਹੈ। ਉਸ ਦਰਖਤ ਨੂੰ ਵੱਡਿਆਂ ਕਰਨ ਵਾਸਤੇ ਵਾੜ ਲਾਈ ਜਾਂਦੀ ਹੈ, ਕਿਉਂਕਿ ਕਈ ਵਾਰ ਪਸ਼ੂ ਆਣ ਕੇ ਉਹਦੇ ਨਾਲ ਖਿੱਚਦੇ ਨੇ ਤੇ ਤੋੜ ਦਿੰਦੇ ਨੇ। ਉਹਨੂੰ ਪਾਣੀ ਪਾਉਣਾ ਪੈਂਦਾ ਹੈ, ਉਹਦੀ ਸੰਭਾਲ ਕਰਨੀ ਪੈਂਦੀ ਹੈ। ਜਦ ਉਹ ਦਰਖਤ ਵੱਡਾ ਹੋ ਜਾਵੇ, ਭਾਵੇਂ ਉਹਦੇ ਨਾਲ ਪਸ਼ੂ ਖਾਵੇ, ਭਾਵੇਂ ਉਹਦੇ ਲਾਗੇ ਕਿਸਾਨਾਂ ਵੱਲੋਂ ਜਦੋਂ ਅੱਗ ਲਾਈ ਜਾਂਦੀ ਹੈ, ਛੋਟੇ ਛੋਟੇ ਦਰਖਤ ਸੜ ਜਾਂਦੇ ਨੇ, ਪਰ ਵੱਡੇ ਜਿਹੜੇ ਹੁੰਦੇ ਨੇ ਉਹ ਅੱਗ ਨੂੰ ਸਹਿ ਜਾਂਦੇ ਨੇ। ਠੀਕ ਹੈ, ਇਸੇ ਤਰ੍ਹਾਂ ਇਹ ਜਿਹੜੇ ਬੱਚੇ ਨੇ ਇਹ ਉਸੇ ਦਰਖਤ ਦੀ ਤਰ੍ਹਾਂ ਨੇ, ਅਜੇ ਇਹ ਪੁੰਗਰ ਰਹੇ ਨੇ, ਪਰ ਜਿਉਂ-ਜਿਉਂ ਇਹਨਾਂ ਦਾ ਸੁਭਾਅ ਪੱਕ ਗਿਆ, ਫਿਰ ਇਹਨਾਂ ਦੇ ਜੀਵਨ ਦੇ ਅੰਦਰ ਅਸੀਂ ਕੋਈ ਤਬਦੀਲੀ ਨਹੀਂ ਲਿਆ ਸਕਦੇ। ਇਹੀ ਸਮਾਂ ਹੈ ਕਿ ਜਿਵੇਂ ਇੱਕ ਘੁਮਿਆਰ ਭਾਂਡੇ ਦੀ ਘਾਟ ਕੱਢਦਾ ਹੈ, ਇੱਕ ਹੱਥ ਅੰਦਰ ਰੱਖਦਾ ਹੈ, ਇੱਕ ਬਾਹਰ ਥਪਥ ਪਾਉਂਦਾ ਹੈ, ਤਾਂ ਉਹਦੇ ਅੰਦਰ ਦੀ ਮਰਜ਼ੀ ਹੈ ਕਿ ਉਸ ਮਿੱਟੀ ਦੇ ਵਿੱਚੋਂ ਸਰਾਈ ਬਣਾ ਦੇਵੇ, ਗਮਲਾ ਬਣਾ ਦੇਵੇ ਜਾਂ ਕੋਈ ਚਾਟੀ ਬਣਾ ਦੇਵੇ, ਇਹ ਉਸ ਦੀ ਮਰਜ਼ੀ ਹੈ। ਪਰ ਜਦੋਂ ਉਹ ਮਿੱਟੀ ਦਾ ਭਾਂਡਾ ਪੱਕ ਕੇ ਤਿਆਰ ਹੋ ਜਾਂਦਾ ਹੈ, ਅੱਗ ਦੇ ਵਿੱਚ ਤਪਾ ਲਿਆ ਜਾਵੇ, ਤਾਂ ਫਿਰ ਉਸ ਭਾਂਡੇ ਦੇ ਅੰਦਰ ਉਹ ਕੋਈ ਤਬਦੀਲੀ ਨਹੀਂ ਕਰ ਸਕਦਾ। ਇਸੇ ਤਰ੍ਹਾਂ ਇਹ ਬੱਚੇ ਨੇ ਅੱਜ ਜੋ ਕੁਝ ਸਿੱਖ ਰਹੇ ਨੇ, ਜੇ ਤਾਂ ਇਹੋ ਜਿਹਾ ਸੁਭਾਅ ਬਣ ਗਿਆ, ਫਿਰ ਇਹਨਾਂ ਨੂੰ ਕੋਈ ਲਾਲਚ, ਕੋਈ ਡਰਾਵਾ, ਇਹਨਾਂ ਨੂੰ ਕੋਈ ਥੜਕਾ ਨਹੀਂ ਸਕੇਗਾ ਗੁਰੂ ਦੇ ਦਰ ਨਾਲੋਂ। ਪਰ ਜੇ ਇਹ ਬੱਚੇ ਅੱਜ ਗਲਤ ਰਸਤੇ ਤੇ ਤੁਰ ਪਏ, ਮਾੜੀਆਂ ਆਦਤਾਂ ਇਹਨਾਂ ਜੀਵਨ ਅੰਦਰ ਅਪਣਾ ਲਈਆਂ, ਤੇ ਜਿਹੜਾ ਉਹ ਸੁਭਾਅ ਇਹਨਾਂ ਅੰਦਰ ਪੱਕ ਗਿਆ, ਫਿਰ ਇਸ ਸੁਭਾਅ ਨੂੰ ਵੀ ਕੋਈ ਨਹੀਂ ਤੋੜ ਸਕਦਾ। ਬਹੁਤ ਮੁਸ਼ਕਲ ਗੱਲ ਹੋਏਗੀ ਉਸ ਪੱਕੇ ਹੋਏ ਭਾਂਡੇ ਦੀ ਤਰ੍ਹਾਂ, ਕਿ ਜਿਵੇਂ ਉਹਦੇ ਅੰਦਰ ਕੋਈ ਤਬਦੀਲੀ ਨਹੀਂ ਆ ਸਕਦੀ, ਠੀਕ ਇਹਨਾਂ ਬੱਚਿਆਂ ਦੇ ਅੰਦਰ ਵੀ ਫਿਰ ਬਾਅਦ ਵਿੱਚ ਤਬਦੀਲੀ ਲਿਆਉਣੀ ਅਸੰਭਵ ਦੀ ਗੱਲ ਹੋ ਜਾਂਦੀ ਹੈ। ਇਸ ਲਈ ਇਹ ਸਮਾਂ ਹੈ, ਮੈਂ ਬੇਨਤੀ ਕਰਾਂਗਾ ਕਿ ਦੀਵਾਨ ਆਰੰਭ ਹੋ ਚੁੱਕਾ ਹੈ। ਬੱਚਿਆਂ ਨੇ ਬੜੀਆਂ ਸੋਹਣੀਆਂ ਕਵਿਤਾਵਾਂ ਸੰਗਤ ਦੇ ਨਾਲ ਸਾਂਝੀਆਂ ਕੀਤੀਆਂ ਨੇ। ਜਿਹੜੇ ਵੀ ਮਾਈ ਭਾਈ ਇਸ ਬੇਨਤੀ ਨੂੰ ਸੁਣ ਰਹੇ ਹੋਣ, ਉਹ ਕਿਰਪਾ ਕਰਕੇ ਅੱਜ ਦੇ ਦਿਨ ਇਹ 1.5-2 ਘੰਟੇ ਦਾ ਸਾਰਾ ਸਮਾਗਮ ਹੈ, ਆਪਣੇ ਕੰਮਾਂ ਧੰਦਿਆਂ ਨੂੰ ਸੰਕੋਚ ਕੇ ਜਲਦੀ ਤੋਂ ਜਲਦੀ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ, ਤਾਂ ਕਿ ਅਸੀਂ ਰਲ ਮਿਲ ਬੈਠ ਕੇ ਸਤਿਗੁਰੂ ਜੀ ਦੀ ਪਾਵਨ ਬਾਣੀ, ਇਤਿਹਾਸ, ਮਰਜ਼ਾਦਾ ਦੀ ਜਿਹੜੀ ਚਰਚਾ ਹੈ ਉਹ ਇੱਕ ਦੂਸਰੇ ਦੇ ਨਾਲ ਸਾਂਝੀ ਕਰ ਸਕੀਏ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਰਬੱਤ ਮਾਈ ਭਾਈ ਫਤਿਹ ਨਾਲ ਸਾਂਝ ਕਰੀਏ। ਆਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਦੇ ਅੰਦਰ ਭਾਵੇਂ ਕਿੰਨਾ ਵੀ ਕੋਈ ਮਨੁੱਖ ਕੋਝਾ ਕਿਉਂ ਨਾ ਹੋਵੇ, ਕਿੰਨਾ ਵੀ ਬਦਸੂਰਤ ਕਿਉਂ ਨਾ ਹੋਵੇ, ਪਰ ਉਹ ਆਪਣੇ ਆਪ ਨੂੰ ਕਹਿੰਦਾ ਕਿ ਮੇਰੇ ਵਰਗਾ ਕੋਈ ਨਹੀਂ। ਹਰ ਬੰਦਾ ਇਹ ਸਮਝਦਾ ਹੈ ਕਿ ਜਿੰਨਾ ਮੈਂ ਖੂਬਸੂਰਤ ਹਾਂ, ਜਿੰਨੀ ਮੇਰੇ ਕੋਲ ਲਿਆਕਤ ਹੈ, ਜਿੰਨੇ ਮੇਰੇ ਕੋਲ ਗੁਣ ਨੇ, ਜਿਹੜੀ ਮੇਰੇ ਕੋਲ ਅਕਲ ਹੈ, ਦੂਜੇ ਕੋਲ ਤੇ ਬਿਲਕੁਲ ਹੀ ਹੈ। ਦੂਸਰਾ ਤਾਂ ਬਿਲਕੁਲ ਅਕਲ ਤੋਂ ਖਾਲੀ ਹੈ। ਹਰ ਬੰਦੇ ਦੇ ਮਨ ਦਾ ਇਹ ਵਹਿਮ ਹੈ। ਇਸੇ ਤਰ੍ਹਾਂ ਬੰਦਾ ਆਪਣੇ ਆਪ ਨੂੰ ਬਾਹਰੋਂ ਬੜਾ ਲਿਸ਼ਕਾਉਣ ਦਾ ਯਤਨ ਕਰਦਾ ਹੈ, ਦਿਖਾਵਾ ਬਹੁਤ ਕਰਦਾ ਹੈ ਕਿ ਜਿੱਡਾ ਮੈਂ ਸਾਫ ਸੁਥਰਾ, ਜਿੰਨਾ ਮੈਂ ਸੋਹਣਾ ਲੱਗ ਰਿਹਾ, ਜਿੰਨੇ ਸੋਹਣੇ ਮੈਂ ਕੱਪੜੇ ਪਾਏ, ਜਿੰਨੇ ਮਹਿੰਗੇ ਮੇਰੇ ਕੋਲ ਗਹਿਣੇ, ਜਿੰਨੀ ਸੋਹਣੀ ਮੈਂ ਦਸਤਾਰ ਸਜਾਈ, ਮੇਰੇ ਕੋਲ ਇੰਨਾ ਸੋਹਣਾ ਘਰ, ਏਡੀ ਵੱਡੀ ਮੈਂ ਗੱਡੀ ਲਿਆਂਦੀ,
ਕਾਹਦੇ ਵਾਸਤੇ ਮਨੁੱਖ ਕਰਦਾ ਹੈ? ਤਾਂ ਕਿ ਲੋਕ ਕਹਿ ਸਕਣ ਕਿ ਵਾਕਈ ਇਹ ਬੜਾ ਸੋਹਣਾ ਹੈ। ਪਰ ਕੀ ਇਹ ਪੈਮਾਨਾ ਠੀਕ ਹੈ ਕਿ ਜਿਹਦੇ ਕੋਲ ਮਹਿੰਗੇ ਕੱਪੜੇ ਹੋਣ, ਮਹਿੰਗੇ ਗਹਿਣੇ ਹੋਣ, ਜਾਂ ਵੱਡਾ ਘਰ ਹੋਵੇ, ਚਮਕਦੀ ਗੱਡੀ ਜਿਹਦੇ ਕੋਲ ਹੋਵੇ, ਕੀ ਵਾਕਿਆ ਹੀ ਉਹੀ ਮਨੁੱਖ ਸੋਹਣਾ ਹੁੰਦਾ? ਨਹੀਂ। ਜੇ ਸਤਿਗੁਰੂ ਜੀ ਦੀ ਵਿਚਾਰਧਾਰਾ ਨੂੰ ਅਸੀਂ ਦੇਖਾਂਗੇ ਤਾਂ ਸਤਿਗੁਰੂ ਜੀ ਇਹ ਸਾਡਾ ਭਰਮ ਦੂਰ ਕਰ ਦਿੰਦੇ ਨੇ ਕਿ ਭਾਈ ਇਹ ਤੁਹਾਡੇ ਮਨ ਦਾ ਭੁਲੇਖਾ ਹੈ। ਇਹ ਕਿਸੇ 1 2 4 ਨੂੰ ਤਾਂ ਭੁਲੇਖਾ ਪਾ ਸਕਦੇ ਆ ਤੁਸੀਂ ਕਿ ਬਾਹਰੋਂ ਬੜੇ ਸੋਹਣੇ ਲੱਗਦੇ ਆ, ਪਰ ਜਦੋਂ ਤੁਹਾਡਾ ਵਰਤੋਂ ਵਿਹਾਰ ਲੋਕ ਦੇਖਣਗੇ, ਨਿਰਲਾ ਅਸਲ ਵਿੱਚ ਨੇਕ ਪੁਰਸ਼ਾਂ ਦੀ ਸੰਗਤ ਵਿੱਚ ਉਦੋਂ ਹੋਣਾ ਹੈ ਕਿ ਇਹ ਚੰਗਾ ਹੈ ਜਾਂ ਅਸੀਂ ਲਫ਼ਜ਼ ਵਰਤਦੇ ਹਾਂ ਤੇ ਬਹੁਤ ਭੈੜਾ ਆਦਮੀ, ਇੱਥੋਂ ਤੱਕ ਵੀ ਚਲੇ ਜਾਂਦੇ ਤੇ ਬਹੁਤ ਗਰਕਿਆ ਹੋਇਆ ਤੇ ਬਹੁਤ ਗੰਦਾ ਆਦਮੀ ਹੈ। ਅਸੀਂ ਐਸੇ ਮਨੁੱਖ ਦੇ ਕੋਲ ਨਹੀਂ ਬੈਠਣਾ ਚਾਹੁੰਦੇ, ਉਹ ਭਾਵੇਂ ਜਿੰਨਾ ਮਰਜ਼ੀ ਅਮੀਰ ਹੋਵੇ। ਜੇ ਉਹਦਾ ਆਦਤਾਂ, ਉਹਦਾ ਸੁਭਾਅ ਮਾੜਾ ਹੈ, ਚੰਗਾ ਨਹੀਂ, ਉਹਦੀ ਦੇਖਣੀ ਉੱਠਣੀ ਬੈਠਣੀ ਸ਼ਰੀਫਾਂ ਵਾਲੀ ਨਹੀਂ, ਜੇ ਉਹਦੇ ਜੀਵਨ ਦੇ ਅੰਦਰ ਮਨੁੱਖੀ ਕਦਰਾਂ ਕੀਮਤਾਂ ਨਹੀਂ ਹਨ, ਤਾਂ ਫਿਰ ਐਸਾ ਮਨੁੱਖ ਜਦੋਂ ਗਲੀ ਵਿੱਚ ਦੀ ਗੁਜ਼ਰ ਰਿਹਾ ਹੋਵੇ ਤਾਂ ਲੋਕ ਆਪਣੇ ਦਰਵਾਜ਼ੇ ਬੰਦ ਕਰ ਲੈਂਦੇ ਨੇ। ਬੱਚਿਆਂ ਨੂੰ ਸਲਾਹ ਦਿੰਦੇ ਨੇ ਕਿ ਭਾਈ ਉਹਦੇ ਕੋਲ ਨਾ ਜਾਓ, ਬੜਾ ਭੈੜਾ ਆਦਮੀ ਹੈ, ਉਹ ਤਾਂ ਬੜਾ ਗੰਦੀ ਸੋਚ ਵਾਲਾ ਹੈ, ਉਹ ਜਿਹੜਾ ਉਹਦੇ ਕੋਲ ਬੈਠ ਜਾਵੇ ਉਸ ਨੂੰ ਭੈੜੀ ਮੱਤ ਦੇ ਦਿੰਦਾ। ਇਸ ਕਰਕੇ ਇਹ ਨਿਰਣਾ ਜਿਹੜਾ ਹੈ ਬਾਣੀ ਨੇ ਕੀਤਾ ਕਿ ਭਾਈ ਜਿਹੜੇ ਤਾਂ ਕੇਵਲ ਬਾਹਰੋਂ ਇਸ ਤਰ੍ਹਾਂ ਲਿੰਬੇ ਚੋਪੇ ਸਾਨੂੰ ਦਿਖਾਈ ਦਿੰਦੇ ਨੇ, ਤੇ ਜੇ ਉਹਨਾਂ ਦੇ ਅੰਦਰ ਕੂੜ ਹੈ, ਜੇ ਉਹਨਾਂ ਦੇ ਅੰਦਰ ਕਪਟ ਹੈ, ਵਿਕਾਰ ਭਰੇ ਪਏ ਨੇ, ਤਾਂ ਸਤਿਗੁਰੂ ਜੀ ਕਹਿੰਦੇ ਨੇ ਕਿ ਉਹਨਾਂ ਦਾ ਜੀਵਨ ਬੜਾ ਕੋਝਾ ਜਿਹਾ, ਬੜੇ ਹੁੱਸੇ ਜੀਵਨ ਵਾਲੇ, ਉਹ ਤਾਂ ਗੰਦਗੀ ਦੇ ਨਾਲ ਭਰੇ ਪਏ ਨੇ। ਬਾਣੀ ਨੇ ਸਾਡਾ ਇਹ ਭਰਮ ਤੋੜਿਆ ਤਾਂ ਭਗਤ ਸਾਹਿਬਾਨ ਨੇ ਕਿਹਾ ਕਿ ਭਾਈ ਜੇ ਇਸ ਗੱਲ ਦੀ ਸਮਝ ਪੈ ਜਾਵੇ ਕਿ ਮੇਰੇ ਅੰਦਰ ਬੁਰਾਈਆਂ ਨੇ, ਮੇਰੇ ਅੰਦਰ ਔਗਣ ਨੇ, ਮੇਰੇ ਅੰਦਰ ਕਮਜ਼ੋਰੀ ਤੇ ਘਾਟ ਹੈ, ਤਾਂ ਫਿਰ ਉਹ ਸਵੀਕਾਰ ਵੀ ਕਰ ਲੈਣੀ ਚਾਹੀਦੀ ਹੈ। ਪਰ ਇਹ ਬਹੁਤ ਵੱਡੀ ਹਿੰਮਤ ਚਾਹੀਦੀ ਹੈ ਕਿ ਮਨੁੱਖ ਗਲਤੀ ਕਰਕੇ ਫਿਰ ਉਸ ਨੂੰ ਸਵੀਕਾਰ ਕਰੇ ਕਿ ਇਹ ਗਲਤੀ ਮੈਂ ਕੀਤੀ ਹੈ, ਮੇਰੇ ਅੰਦਰ ਇਹ ਔਗਣ ਹੈ, ਮੇਰੇ ਅੰਦਰ ਇਹ ਘਾਟ ਹੈ। ਇਹ ਸਵੀਕਾਰ ਕਰਨ ਵਾਸਤੇ ਬਹੁਤ ਵੱਡਾ ਦਿਲ ਚਾਹੀਦਾ। ਬਾਣੀ ਨੇ ਸਾਨੂੰ ਸਮਝਾਇਆ ਕਿ ਭਾਈ ਇਹ ਤੁਹਾਨੂੰ ਹੌਸਲਾ ਕਰਨਾ ਪਏਗਾ ਤਾਂ ਤੁਹਾਡਾ ਚੱਜ ਆਚਾਰ ਬਣ ਸਕਦਾ ਹੈ। ਭਗਤ ਸਾਹਿਬਾਨ ਜੀ ਦਾ ਫੈਸਲਾ ਹੈ, ਕਹਿਣ ਲੱਗੇ ਹਮ ਮੈਲੇ, ਅਸੀਂ ਮੈਲ ਨਾਲ ਭਰੇ ਹੋਏ ਆ, ਬਾਹਰੋਂ ਅਸੀਂ ਜਿੰਨੇ ਮਰਜ਼ੀ ਸਾਫ਼ ਸੁਥਰੇ ਦਿਖਾਈ ਦਈਏ, ਪਰ ਜਿਹੜੀ ਸਾਡੇ ਸੁਰਤੀ ਦੇ ਅੰਦਰ ਮੈਲ ਭਰੀ ਹੋਈ ਹੈ ਉਹਦੀ ਗੱਲ ਬਾਣੀ ਨੇ ਕੀਤੀ ਹੈ, ਬਾਹਰਲੇ ਪਹਿਰਾਵੇ ਦੀ ਗੱਲ ਨਹੀਂ ਕੀਤੀ। ਭਗਤ ਸਾਹਿਬਾਨ ਕਹਿੰਦੇ ਕਿ ਹਮ ਮੈਲੇ ਤੁਮ ਉਜਲ ਕਰਦੇ, ਅਸੀਂ ਤਾਂ ਮੈਲ ਨਾਲ ਭਰੇ ਹੋਏ ਆ, ਅਸੀਂ ਤਾਂ ਔਗਣਾਂ ਦੇ ਨਾਲ ਭਰੇ ਹੋਏ, ਸਾਡੀ ਤੇ ਜਿਹੜੀ ਤੱਕਣੀ ਹੈ ਉਹਦੇ ਅੰਦਰ ਵੀ ਮੈਲ ਹੈ, ਸਾਡੀ ਤਾਂ ਜ਼ੁਬਾਨ ਹੈ ਜਿਹੜੀ ਉਹ ਵੀ ਕਦੇ ਸੱਚ ਨਹੀਂ ਬੋਲਦੀ, ਕੰਨਾਂ ਦੇ ਨਾਲ ਵੀ ਸਾਨੂੰ ਜਿਹੜਾ ਚੰਗਿਆਈ ਜਿਹੜੀ ਸੁਣਨੀ ਪਸੰਦ ਨਹੀਂ। ਅਸੀਂ ਤਾਂ ਜਦੋਂ ਦੇਖਦੇ ਹਾਂ, ਜਦੋਂ ਬੋਲਦੇ ਹਾਂ, ਭੈੜੇ ਬੋਲ ਬੋਲਦੇ ਹਾਂ, ਸਾਡੀ ਤੱਕਣੀ ਬਹੁਤ ਮਾੜੀ ਹੈ, ਇਸ ਕਰਕੇ ਅਸੀਂ ਅੰਦਰੋਂ ਲਿਬੜੇ ਹੋਏ ਹਾਂ, ਅੰਦਰੋਂ ਮੈਲੇ। ਇੱਕ ਵਿਦਵਾਨ ਨੇ ਬੜਾ ਸੋਹਣੀਆਂ ਇਹ ਲਾਈਨਾਂ ਲਿਖੀਆਂ, ਕਹਿਣ ਲੱਗਾ ਕਿ ਜਿਵੇਂ ਇੱਕ ਕੋਲਾ ਕਾਲਖ ਦੇ ਨਾਲ ਭਰਿਆ ਹੋਇਆ ਹੈ, ਪਰ ਜੇ ਕੋਈ ਮਨੁੱਖ ਚਾਹੇ ਕਿ ਉਸ ਨੂੰ ਕਿਸੇ ਤਰ੍ਹਾਂ ਧੋ ਕੇ, ਉਸ ਨੂੰ ਨਵਾ ਕੇ, ਸਾਬਣ ਮਲ ਕੇ ਸਾਫ਼ ਕੀਤਾ ਜਾਵੇ ਤੇ ਸ਼ਾਇਦ ਕਿਸੇ ਤਰ੍ਹਾਂ ਉਹਦੀ ਕਾਲਖ ਲੱਥ ਜਾਵੇ, ਤਾਂ ਵਿਦਵਾਨ ਕਹਿੰਦਾ ਕਿ ਅਸੰਭਵ ਗੱਲ ਹੈ। ਕੋਲੇ ਨੂੰ ਤਾਂ ਜਿੰਨਾ ਮਰਜ਼ੀ ਰਗੜ ਲਓ, ਭਾਵੇਂ ਉਹਨੂੰ ਦੁੱਧ ਵਿੱਚ ਪਾ ਲਓ, ਭਾਵੇਂ ਸਾਬਣ ਲਾ ਕੇ ਦੇਖ ਲਵੋ, ਪਰ ਉਹਦਾ ਜਿਹੜਾ ਸੁਭਾਅ ਉਹ ਕਾਲਖ ਵਾਲਾ ਹੀ ਹੈ। ਫਿਰ ਨਾਲ ਸਵਾਲ ਇਹ ਵੀ ਪੈਦਾ ਕੀਤਾ ਕਿ ਇਹ ਕਾਲਖ ਕਿਉਂ ਹੈ, ਸਾਡੇ ਜੀਵਨ ਅੰਦਰ ਬੁਰਾਈਆਂ ਕਿਉਂ ਨੇ, ਤਾਂ ਫਿਰ ਉਹਦਾ ਉੱਤਰ ਵੀ ਸਾਨੂੰ ਮਿਲਿਆ। ਕਹਿਣ ਲੱਗੇ ਸਾਬਣ ਲਾਲਾ ਧੋਤਾ ਘੋੜਾ, ਦੁੱਧ ਦਹੀਂ ਵਿੱਚ ਪਾਇਆ, ਖੁੰਬ ਚਾੜ ਰੰਗਣ ਵੀ ਧਰਿਆ, ਪਰ ਰੰਗ ਨਾ ਉਸ ਵਟਾਇਆ। ਤੇ ਫਿਰ ਕੀ ਕਾਰਨ ਸੀ? ਕਹਿੰਦੇ ਵਿਛੜ ਕੇ ਕਾਲਖ ਸੀ ਆਈ, ਬੇਨ ਮਿਲਿਆ ਨਹੀਂ ਲੈਂਦੀ। ਕਾਰਨ ਕੀ? ਸਾਡੇ ਜੀਵਨ ਅੰਦਰ ਇਹ ਜਿਹੜੀ ਮੈਲ ਆ ਗਈ, ਬੁਰਾਈਆਂ ਆ ਗਈਆਂ। ਕਹਿਣ ਲੱਗੇ ਜਿਵੇਂ ਕੋਲਾ ਹੈ ਉਹ ਕਾਲਖ ਨਾਲ ਭਰਿਆ ਗਿਆ। ਗੱਲ ਕੀ ਸੀ ਕਿ ਉਹ ਆਪਣੇ ਅਸਲੇ ਦੇ ਨਾਲੋਂ, ਉਹ ਆਪਣੇ ਅੱਗ ਦੇ ਨਾਲੋਂ, ਭੱਠੀ ਦੇ ਨਾਲੋਂ, ਧੁਰੇ ਦੇ ਨਾਲੋਂ ਟੁੱਟਣ ਕਾਰਨ ਉਹ ਜਦੋਂ ਠੰਡਾ ਹੋਇਆ ਤੇ
बिल्कुल सुहा हो गया तो काला दसन लगा, हाथ भी काले कर दे, कपड़िया के लग जाए तो भी कालक लगती। विछुड़ के कालक सी आई, बिन मिलिया नहीं लैंदी, अंग अख दे लाके देखो चढ़दा रूप सुआया। जे उस कोड़े को अग दे उत्ते रखिया जाए तो फिर किवें लाल रंग उहदा साडे सामने आउंदा है। ठीक इसे तरह जिन्नी देर तक असीं सतगुरु जी दे दर दे नालों टुटे हुए हैं, जदों असीं गुरु जी दे नाल नहीं जुड़े तो उन्नी देर तक साडे जीवन दे अंदर ये मैल ये बुराई रहेगी। पर जिस दिन जुड़ गए उस दिन साडा जिहड़ा मन है वो बिल्कुल निर्मल हो जाएगा। सतगुरु जी ने साडे अंदर दी मैल दूर करने वास्ते साडे सामने उदाहरणा जपजी साहब अंदर भी रख दित्तियां। भरिया हाथ पैर तन दे पानी धोता है पुत्र सखे, कह लगे मूत पलीती कपड़ होए दे साबुन लईए धोए। जे किते मल पुत्र दे नाल कपड़े गंदले हो जाण, पानी ते साबण दे सुमेल दे नाल उस गंदगी नूं दूर कीता जा सकता है। पर सतगुरु जी अगला वचन करते, भरिया मत पापां कै संग। पर जे ये मत मलीन हो जाए, जे ये सोच गंदली हो जाए तो फिर जेड़े मर्जी साबण वरत लईए, जेड़े मर्जी सरोवर च जाके टुब्बी ला के देख लईए, ये मत इस तरह साफ नहीं हो सकती। भरिया मत पापां कै संग, ओ धोपै नावे पैरां। वो तां सतगुरु जी के उपदेश के नाल ही ये जिहड़ी मत साडी उजली हो सकती है, साफ हो सकती है। तो ये वास्ते सानू इत्थे इस दर ते आण के स्वीकार करना पएगा, हम मैले तुम उजल करते, हम निर्गुण तुम दाता। केड़ा बंदा है कि ये स्वीकार करे कि मैं गुण तो हीना, मेरे को कोई गुण ही नहीं। ये बहुत बड़ा हौसला चाहिए। कह लगे तुसी तां दाते हो सानू गुण बख्शण वाले, पर असी गुणा तो हीने, हम मूर्ख। केड़ा बंदा केड़ा इंसान है जगत अंदर, कमला भी इंसान होवे वो भी कहता कि नहीं मैं थोड़ा कमला, तुसी कमले हो गए सारे, तुहाडी मत मारी गई, तुहानू समझ नहीं। सतगुरु जी कह लगे हम मूर्ख तुम चतुर सियाणे, तू सर्ब कला का ज्ञाता। तुसी तां सारे हुनर जानते हो, तुसी तां सारियां कला दे जानकार हो, पर असी अणजाण हाँ, असी गुण तो हीने हाँ, असी लिबड़े हुए। हम मूर्ख तुम चतुर सियाणे, तू सर्ब कला का ज्ञाता। माधो हम ऐसे तू ऐसा। आ साडे अंदर औगण ने, आ साडे अंदर घाट है, ते इन्हां गल्लां करके तुसी साडे जिहड़े पाप है उन्हां नूं दूर करन वाले हो। आ साडा सुभाव ते आ तुहाडा सुभाव। माधो हम ऐसे तू ऐसा, हम पापी तुम पाप खंडन नीको ठाकुर देसा। असी तां पापां दे नाल भरे होए, असी बुराइयां दे अंदर गलतान हाँ, पर तुसी साडे ये जिहड़े पाप भैड़े विचार ने उन्हां नूं कट देण वाले। इसलिए ये जरूरी है कि सतगुरु जी के दर ते आण के सत्कार सानू करना पएगा कि हम अवगुण भरे एक गुण नहीं, अमृत छाट विखै बिख खाई, माया मोह भरम तै भूले, सुत दारा सो प्रीत लगाई। एक उत्तम पंथ सुनियो गुर संगत, तेह मिलंत जम त्रास मिटाई। एक अरदास पाठ कीरत की, गुरु रामदास रब को शरणाई। जे ये व्यक्ति लैके सतगुरु जी के कोल आवांगे तां ही साडी जिहड़ी मत है वो उज्जल हो सकती है, निर्मल हो सकती है। सिੱਖੀ लहर के जथे वालों यतन किया जाता है हर साल मई और जून महीने के अंदर इसी तरह सवेरे शाम वक्-वक् थावां ते जाके गुरबाणी इतिहास और मर्यादा की चर्चा जिहड़ी है संगतां दे नाल कीती जाती है। इस नगर विखे इसे स्थान से पिछले साल भी इसी तरह समागम हो चुका है। बच्चों का कैंप भी आयोजित किया गया। बड़ी चंगी गल है कि बच्चों अज तो ही इस पासे नूं लावांगे। बच्चे एक वेल की तरह ने कि वेल का जिहड़ा सिरा जिस पासे रख दिता जाए उस पासे नूं वो वधदी जाती है। बड़ी वधिया गल है जिहड़े बच्चे भाग लेंदे ने, जिहड़े मापे उन्हां नूं उत्साहित करते हैं। सिੱਖੀ लहर के जथे वालों अज का यह जोड़ा समागम है आप जी के नगर विखे किया जा रहा है। अगलेरियां विचारां भाई हरजिंदर सिंह जी सबरार वो आप जी के नाल सांझियां करनगे।
जेकर संभव हो सकिया तो संतां वालों गुरबाणी इतिहास मर्यादा के नाल संबंधित विचार चर्चा जिसनों असीं सवाल जवाब कहते हैं वो भी असीं करन दा यतन करांगे। आप जी अपने सवाल सानूं इत्थे नोट करवा सकते हो। बाहर गुरमत साहिब का स्टाल भी लगाया गया है कि ये जिहड़ियां विचारां केवल घंटा 1.5 घंटा या 2 घंटा इत्थों तक ही सीमित ना रहन। बाद विच भी असीं जदों साडे कोल वेल होवे असीं गुरबाणी पढ़ीए, पोथियां दे उत्तों सैंचियां दे उत्तों असीं स्पीकां दे नाल उन्हां दे अर्थ भाव वाचिए। असीं नितनेम बहुत कीता है, आसा की वार बहुत सुनी, कीर्तन असीं बहुत सुनिया है, पर सानूं हुण अगे गांह होर कदम पुट्टण दी लोड़ है कि वो जिहड़े शब्द असीं रोजाना सुणदे हां ਉਹਦੇ अर्थ भाव की बनते हैं। असीं घरां दे विच सहज पाठ आप आरंभ करिए, सहजे सहजे प्यार दे नाल समझ समझ के बाणी जेकर पढ़ांगे तो साडे जीवन के अंदर पलटा आ सकता है। जो सतगुर की बाणी अंदर बचन करते हैं, दुख अरोग संताप उतरे सुनी सच्ची बाणी। जे इस तरीके दे नाल सतगुर जी के नेड़े होवांगे तो साडे जीवन के अंदर जिन्ने कला कलेश ने वो खत्म हो सकते हैं। सिक्खी लहर के जत्थे वालों यतन रखा गया है कि बच्चों को शाबाश दी जाए, जिहड़े नौजवान हैं उन्होंने पतत होने ते नशियां तो सचेत किया जाए। बड़ी संगत है जिहड़ी कर्म कांडां दे विच गलतान है उन्होंने कर्म कांडां तो जाणू करवा के और सतगुर जी का जो सिद्धांत है वो जोड़िया जाए, ये साडा एक मकसद है। इसे लड़ी के तहत आप जी के नगर विखे अज का समागम है। अज तो हुशियारपुर के इलाके के अलग अलग थावां ते ये जिहड़े समागम हैं करीब 6 तरीक तक इस तरह सजाए जाने ने। वधेरे जानकारी वास्ते तुसीं इत्थे पंपलेट पए ने, उन्हां तो जानकारी लै सकते हो कि सवेरे शाम के दीवान किहड़ी जगह ते हो रहे हैं। आप जी उत्थे वध तो वध हाज़रियां भरो ताकि असीं सतगुर की विचार घर घर पहुँचा सकीए। आओ भाई हरजिंदर सिंह जी सबरार उन्हां पासों सतगुर जी के पावन बचनों की विचार श्रवण करिए जी। वाहिगुरू जी का खालसा, वाहिगुरू जी की फतेह।